और ਜਿਹੜੇ ਬਜ਼ੁਰਗ ਆ ਉਹ ਕਾਫੀ ਜਿਹੜੇ ਦੁਨੀਆ ਤੋਂ ਰੁਖਸਤ ਹੋ ਕੇ ਚਲੇ ਗਏ ਜੀ। ਹੁਣ ਤਕਰੀਬਨ ਉਹ 50 ਤੋਂ ਉੱਤੇ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ। ਪੰਜਾਬ ਦੇ ਕਿਸਾਨਾਂ ਨੂੰ ਵੀ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਕਿ ਜਿਹੜੇ ਬੀਜੇਪੀ ਦੇ ਲੀਡਰ ਜਗ੍ਹਾ ਜਗ੍ਹਾ ਜਾ ਕੇ ਉਹ ਆਪਣੀਆਂ ਮੀਟਿੰਗਾਂ ਕਰਦੇ ਆ ਤਾਂ ਬੀਜੇਪੀ ਦੇ ਨੇਤਾਵਾਂ ਦੇ ਚਾਹੇ ਉਹ ਛੋਟਾ ਕਾਰਿਆਕਰਤਾ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਆ ਇਹਨਾਂ ਦੇ ਛਿੱਤਰ ਪੈਣੇ ਹੀ ਪੈਣੇ ਆ। ਜੇ ਕਿਸਾਨ ਹੀ ਹੁਣ ਤੱਕ ਮੰਨ ਲਓ 50 ਕਿਸਾਨ ਜਿਹੜੇ ਆ ਉਹ ਸ਼ਹੀਦ ਹੋ ਚੁੱਕੇ ਆ। 50 ਕਿਸਾਨਾਂ ਦੇ ਮਗਰ ਤਾਂ ਕੋਈ ਨਹੀਂ ਖੜਿਆ, ਨਾ ਸਟੇਟ ਗੌਰਮੈਂਟ ਖੜੀ। ਕੈਪਟਨ ਅਮਰਿੰਦਰ ਸਿੰਘ ਰੋਜ਼ ਭੌਂਕਣ ਡਿਆ, ਉਹ ਕਦੀ ਇਸ ਟੌਪਿਕ 'ਤੇ ਆਉਂਦਾ ਵੀ ਉਹ ਉਸ ਪਰਿਵਾਰਾਂ ਨੂੰ ਕੰਪਨਸੇਟ ਕਰੀਏ, ਅਸੀਂ ਉਹਨਾਂ ਦੀ ਮਾਲੀ ਮਦਦ ਕਰੀਏ। ਨਾ ਪ੍ਰਕਾਸ਼ ਸਿੰਘ ਬਾਦਲ ਬੋਲਦਾ, ਨਾ ਸੁਖਬੀਰ ਬੋਲਦਾ, ਨਾ ਹਰਸਿਮਰਤ ਬੋਲਦੀ, ਨਾ ਕੋਈ ਹੋਰ ਬੋਲਦਾ। ਜਿਹੜਾ ਗੁਰੂ ਦੀ ਗੋਲਕ ਆ, ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਤਾਂ ਬਾਦਲਾਂ ਦਾ ਪੈਸਾ ਨਹੀਂ ਨਾ, ਉਹ ਸੰਗਤ ਦਾ ਪੈਸਾ ਆ। ਕਿ ਪੰਜਾਬ ਦੀ 2.5 ਕਰੋੜ ਆਬਾਦੀ ਆ। ਕੱਲ੍ਹ ਨੂੰ ਇਹ ਲੋਕ ਅਕਾਲੀ ਹੋਣ, ਕਾਂਗਰਸੀ ਹੋਣ ਜਾਂ ਕੋਈ ਹੋਰ ਹੋਵੇ, ਜਿਹੜਾ ਵੋਟਾਂ ਲੈਣ ਆਵੇ ਛਿੱਤਰ ਲਾ ਲੈਣ ਔਰ ਜੁੱਤੀ ਐਸੀ ਭਰਾਉਣ, ਇਹਨਾਂ ਨੂੰ ਪਿੰਡ ਵਿੱਚ ਪੁੱਠੇ ਟੰਗ ਕੇ ਇਹਨਾਂ ਦਾ ਬਜੰਤਰ ਕਰੇ। ਅੱਜ ਗੱਲ ਕਰ ਰਹੇ ਹਾਂ ਭਾਰਤ ਦੇ ਸਭ ਤੋਂ ਵੱਡੇ ਸੰਘਰਸ਼ ਦੀ। ਤੁਹਾਨੂੰ ਪਤਾ ਹੈ ਲਗਾਤਾਰ ਕਿਸਾਨ ਅੰਦੋਲਨ ਜਿਹੜਾ ਆ ਭਾਰਤ ਦਾ ਇੱਕ ਬਹੁਤ ਵੱਡਾ ਸੰਘਰਸ਼ ਬਣਦਾ ਜਾ ਰਿਹਾ ਆ, ਇੱਕ ਬਹੁਤ ਵੱਡਾ ਅੰਦੋਲਨ ਬਣਦਾ ਜਾ ਰਿਹਾ ਹੈ। ਜਿਹਨੇ ਕਿ ਗੱਲ ਕਰਦੇ ਹਾਂ ਪਹਿਲਾਂ ਪੰਜਾਬ ਦੇ ਵਿੱਚ ਵੀ ਘੱਟੋ ਘੱਟ 2.5 ਮਹੀਨੇ ਪੰਜਾਬ ਦੇ ਵਿੱਚ ਲਗਭਗ ਇਹ ਅੰਦੋਲਨ ਚੱਲਿਆ। ਉਸ ਤੋਂ ਬਾਅਦ ਕਰੀਬ 1 ਮਹੀਨੇ ਤੋਂ ਉੱਪਰ ਦਿੱਲੀ ਦੇ ਵਿੱਚ ਇਹ ਅੰਦੋਲਨ ਹੁਣ ਚੱਲ ਰਿਹਾ ਆ ਔਰ ਲਗਾਤਾਰ ਮੀਟਿੰਗਾਂ ਵੀ ਚੱਲ ਰਹੀਆਂ ਕਿਸਾਨ ਆਗੂਆਂ ਦੇ ਨਾਲ ਅਤੇ ਕੋਈ ਵੀ ਸਿੱਟੇ ਨਹੀਂ ਨਿਕਲਦੇ ਨਜ਼ਰ ਆ ਰਹੇ। ਸੋ ਕੱਲ੍ਹ ਵੀ ਮੀਟਿੰਗ ਹੋਈ ਆ। ਇਹਨਾਂ ਕੁਛ ਗੱਲਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਮੀਤ ਪ੍ਰਧਾਨ ਮੌਜੂਦ ਨੇ ਸ਼੍ਰੀ MP ਸਿੰਘ ਗੁਰਾਇਆ ਜੀ। ਗੁਰਾਇਆ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫੈਨ ਅੰਬੇਡਕਰ TV। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਾਇਆ ਸਾਹਿਬ, ਅਗਰ ਗੱਲ ਕਰੀਏ ਕਿਸਾਨ ਅੰਦੋਲਨ ਦੇ ਵਿੱਚ, ਸਭ ਤੋਂ ਪਹਿਲਾ ਸਵਾਲ ਇਹ ਆ ਕਿ ਅੰਦੋਲਨ ਬਹੁਤ ਲੰਬਾ ਚੱਲ ਰਿਹਾ ਔਰ ਇਸ ਅੰਦੋਲਨ ਦੇ ਵਿੱਚ ਲਗਭਗ 50 ਦੇ ਕਰੀਬ ਮੌਤਾਂ ਹੋ ਚੁੱਕੀਆਂ ਆ ਔਰ ਉਹਨਾਂ ਦਾ ਕਿਤੇ ਜੇ ਦੇਖਦੇ ਹਾਂ ਕਿ ਇੱਕ ਅੰਦੋਲਨ ਤਾਂ ਲਗਾਤਾਰ ਚੱਲ ਹੀ ਰਿਹਾ, ਲੇਕਿਨ ਜਿੰਨੇ ਕੁ ਲੋਕ ਸ਼ਹੀਦ ਹੋ ਰਹੇ ਆ ਅੰਦੋਲਨ ਦੇ ਵਿੱਚ, ਜਿਨ੍ਹਾਂ ਦੀਆਂ ਮੌਤਾਂ ਹੋ ਰਹੀਆਂ, ਉਹਨਾਂ ਦੇ ਪਰਿਵਾਰ ਦਾ ਜਾਂ ਉਹਨਾਂ ਦਾ ਕਿਸ ਤਰੀਕੇ ਕੋਈ ਗੱਲਬਾਤ ਕੋਈ ਸਾਹਮਣੇ ਨਹੀਂ ਆ ਰਹੀ ਕੁਛ। ਇਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਜੀ ਕਿ ਅੰਦੋਲਨ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ 4-5 ਮਹੀਨੇ ਹੋ ਚੱਲਦੇ ਨੂੰ ਜੀ। ਔਰ ਥੋੜ੍ਹੇ ਦਿਨ ਪਹਿਲਾਂ ਆਪਾਂ ਕੱਲ੍ਹ ਵੀ ਦੇਖਿਆ ਕਿ 2-3 ਹੋਰ ਕਿਸਾਨ ਜਿਹੜੇ ਕੱਲ੍ਹ ਵੀ ਜਿਹੜੇ ਉਹ ਡੈਥ ਹੋ ਗਈ ਆ ਜੀ। ਇੱਕ ਤਾਂ ਅੱਤ ਦੀ ਠੰਡ ਪੈ ਰਹੀ ਆ, ਧੁੰਦ ਬਹੁਤ ਪੈ ਰਹੀ ਆ ਔਰ ਜਿਹੜੇ ਬਜ਼ੁਰਗ ਆ ਉਹ ਕਾਫੀ ਜਿਹੜੇ ਦੁਨੀਆ ਤੋਂ ਰੁਖਸਤ ਹੋ ਕੇ ਚਲੇ ਗਏ ਜੀ। ਹੁਣ ਤਕਰੀਬਨ 50 ਤੋਂ ਉੱਤੇ ਜਿਹੜੇ ਮੌਤਾਂ ਉਹ ਕਿਸਾਨ ਜਿਹੜੇ ਅੰਦੋਲਨਕਾਰੀ ਆ, ਅੰਦੋਲਨ ਕਰਦੇ ਸੀ ਸ਼ਾਂਤੀਮਈ ਢੰਗ ਨਾਲ, ਉਹ 50 ਤੋਂ ਉੱਤੇ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ ਜੀ। ਜਿਹੜੇ ਉਹ ਕਿਸਾਨ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ। ਮੈਂ ਅੱਗੇ ਵੀ ਇਹ ਮੁੱਦੇ ਬਹੁਤ ਉਠਾਏ ਆ ਅਲੱਗ-ਅਲੱਗ ਮੀਡੀਆ ਦੇ ਵਿੱਚ ਵੀ, ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ। ਮੈਂ ਸਭ ਤੋਂ ਪਹਿਲਾਂ ਇਹੀ ਕਹੂੰਗਾ ਕਿ ਪੰਜਾਬ ਸਰਕਾਰ ਆਪਣੇ ਵੱਲੋਂ ਕੰਪਨਸੇਸ਼ਨ ਅਮਾਊਂਟ ਜਿੰਨੇ ਕਿਸਾਨ ਜਿਹੜੇ ਸ਼ਹੀਦੀਆਂ ਪਾ ਚੁੱਕੇ ਆ ਉਹਨਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ 20-20 ਲੱਖ ਰੁਪਈਆ ਪੰਜਾਬ ਸਰਕਾਰ ਦੇਵੇ। ਔਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਆ, ਸੁਖਬੀਰ ਸਿੰਘ ਬਾਦਲ, ਔਰ ਉਹਨੇ ਲਿਫਾਫੇ ਦੇ ਵਿੱਚੋਂ ਕੱਢ ਕੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਜੇ ਗੁਰੂ ਦੀ ਗੋਲਕ ਵਿੱਚੋਂ 12 ਕਰੋੜ ਰੁਪਈਆ ਜਦੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਕੋਰੀਡੋਰ ਖੁੱਲ੍ਹਿਆ, ਉਦੋਂ ਪ੍ਰਾਈਮ ਮਿਨਿਸਟਰ ਦੀ ਆਮਦ ਦੇ ਉੱਤੇ 12 ਕਰੋੜ ਰੁਪਈਆ ਲਾ ਕੇ ਅਗਰ ਟੈਂਟ ਲਾਇਆ ਜਾ ਸਕਦਾ ਤਾਂ ਫਿਰ ਇਹ ਜਿਹੜੇ ਸ਼ਹੀਦ ਹੋ ਰਹੇ ਕਿਸਾਨ ਆ
ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਗੁਰੂ ਦੀ ਗੋਲਕ ਵਾਲਾ ਫੰਡ ਜਿਹੜਾ ਆ ਕੱਲੇ ਕੱਲੇ ਪਰਿਵਾਰ ਨੂੰ ਜਾ ਕੇ ਕੰਪਨਸੇਟ ਕਰੇ ਔਰ ਘੱਟੋ ਘੱਟ 50-50 ਲੱਖ ਰੁਪਈਆ ਜਿਹੜਾ ਉਹ ਘੱਟੋ ਘੱਟ ਦੇਵੇ, ਤਾਂ ਜੋ ਕਿ ਜਿਹੜੇ ਹੁਣ ਸ਼ਹੀਦ ਹੋ ਚੁੱਕੇ ਪਰਿਵਾਰ ਆ ਉਹਨਾਂ ਦੀ ਅਗਰ ਬੈਕਗਰਾਊਂਡ ਦੇਖਦੇ ਆ ਤਾਂ ਬਹੁਤ ਮਾੜੀ ਆ। ਤੇ ਅਗਰ ਉਹਨਾਂ ਦੇ ਬੱਚੇ ਰੁੱਲ ਜਾਣਗੇ, ਅਗਰ ਐਡਾ ਵੱਡਾ ਅੰਦੋਲਨ ਚੱਲਿਆ ਇਕੱਲਾ ਇਹ ਕੁਝ ਬੰਦਿਆਂ ਦਾ ਨਹੀਂ, ਪੂਰੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਹੈ ਔਰ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਕਿਸਾਨਾਂ ਨੂੰ ਵੀ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ 20-20 ਲੱਖ ਰੁਪਈਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੰਡਸ ਵਿੱਚੋਂ ਘੱਟੋ ਘੱਟ 50-50 ਲੱਖ ਰੁਪਈਆ ਉਹਨਾਂ ਪਰਿਵਾਰਾਂ ਦੀ ਆਰਥਿਕ ਮਾਲੀ ਮਦਦ ਕਰੇ ਜੀ। ਔਰ ਸਵਾਲ ਇੱਕ ਇਹ ਵੀ ਹੈ ਕਿ ਲਗਾਤਾਰ ਜੋ ਭਾਜਪਾ ਨੇਤਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਕਿਸਾਨ ਆਗੂਆਂ ਵੱਲੋਂ, ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਹਰ ਜਗ੍ਹਾ ਦੇ ਉੱਤੇ ਇਹਨਾਂ ਦਾ ਘਿਰਾਓ ਵੀ ਕੀਤਾ ਜਾਂਦਾ ਔਰ ਭਾਜਪਾ ਲੀਡਰ ਨੇ ਜੋ ਇਹ ਰਾਜਪਾਲ ਨੂੰ ਵੀ ਜਾ ਕੇ ਮਿਲੇ ਨੇ ਇਸੇ ਵਿਸ਼ੇ ਦੇ ਉੱਤੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਕਿਸਾਨ ਜਿਹੜਾ ਆ ਉਹ ਆਪਣੀ ਫਸਲ ਪੈਦਾ ਕਰਦਾ ਜੀ, ਪੂਰੇ ਦੁਨੀਆ ਦੇ ਵਿੱਚ ਉਹ ਆਪਣਾ ਫਸਲ ਦਾ ਜਿਹੜੀ ਉਹ ਵੇਚਦਾ ਹੈ ਔਰ ਕਿਸਾਨ ਅਗਰ ਉਹਦੀਆਂ ਜ਼ਮੀਨਾਂ ਖੋਹੀਆਂ ਜਾਣਗੀਆਂ, ਕਿਸਾਨ ਵਿਰੋਧੀ 3 ਆਰਡੀਨੈਂਸ ਬਿੱਲ ਕੇਂਦਰ ਸਰਕਾਰ ਨੇ ਪਾਸ ਕੀਤੇ ਆ, ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਆ, ਤਾਂ ਬੀਜੇਪੀ ਦੇ ਵਿਰੋਧ ਵਿੱਚ ਅੱਜ ਕਿਸਾਨ ਸੜਕਾਂ 'ਤੇ ਬੈਠੇ, ਇੰਨੀ ਠੰਡ ਦੇ ਵਿੱਚ ਦਿੱਲੀ ਦੇ ਵਿੱਚ ਅੱਜ ਤੁਸੀਂ ਦੇਖਿਆ ਕਿ ਰਾਜਸਥਾਨ ਦੇ ਜਿਹੜੇ ਕਿਸਾਨ ਆ ਉਹ ਵੀ ਅੱਜ ਸੜਕਾਂ ਦੇ ਉੱਤੇ ਬੈਰੀਕੇਡ ਤੋੜ ਕੇ ਅੱਜ ਉਹਨਾਂ ਨੇ ਵੀ ਉਹ ਜਿਹੜਾ ਰਾਜਸਥਾਨ ਵਾਲਾ ਬਾਰਡਰ ਆ ਅੱਜ ਉਹਨੂੰ ਬੰਦ ਕਰਨਾ ਔਰ ਦਿੱਲੀ ਤੱਕ ਉਹ ਪਹੁੰਚ ਚੁੱਕੇ ਆ। ਤੇ ਜੇ ਕਿਸਾਨ ਸੜਕਾਂ ਦੇ ਉੱਤੇ ਬੈਠਾ ਤਾਂ ਇਹ ਅਗਰ ਪੰਜਾਬ ਦੇ ਵਿੱਚ ਆਪਣੀ ਪੋਲੀਟਿਕਸ ਕਰਨੀ ਚਾਹੁੰਦੇ ਆ ਕਿ ਅਸੀਂ 2022 ਦੀ ਇਲੈਕਸ਼ਨ ਅਸੀਂ ਜਿੱਤਣੀ ਆ ਔਰ ਕੰਟੈਸਟ ਕਰਨਾ, ਤੇ ਅੱਜ ਲੋਕਾਂ ਨੇ ਸਭ ਤੋਂ ਪਹਿਲਾ ਮੁੱਦਾ ਚੁੱਕਿਆ ਕਿ EVM ਪੰਜਾਬ 'ਚ ਨਹੀਂ ਵੜਨ ਦੇਣੀ। ਦੂਸਰਾ ਇਹ ਕਿ ਜਿਹੜੇ ਬੀਜੇਪੀ ਦੇ ਲੀਡਰ ਜਗ੍ਹਾ ਜਗ੍ਹਾ ਜਾ ਕੇ ਉਹ ਆਪਣੀਆਂ ਮੀਟਿੰਗਾਂ ਕਰਦੇ ਆ, ਇਹ ਤਾਂ ਉਹਨਾਂ ਨੂੰ ਬੰਦ ਕਰ ਦੇਣੀਆਂ ਚਾਹੀਦੀਆਂ। ਛਿੱਤਰ ਤਾਂ ਇਹ ਆਪ ਖਾਂਦੇ, ਛਿੱਤਰ ਖਾਣਾ ਇਹਨਾਂ ਦਾ ਇੱਕ ਮੌਲਿਕ ਅਧਿਕਾਰ ਬਣ ਗਿਆ। ਕਿਉਂਕਿ ਜਦ ਕਿਸਾਨਾਂ ਦੇ ਵਿਰੋਧ ਵਿੱਚ ਆਰਡੀਨੈਂਸ ਬਿੱਲ ਪਾਸ ਕੀਤੇ ਆ, ਉਹ ਅੱਜ ਨਰਿੰਦਰ ਮੋਦੀ ਨੂੰ ਪੂਰਾ ਦੇਸ਼ ਨਹੀਂ ਦਿਖ ਰਿਹਾ। 130 ਕਰੋੜ ਲੋਕਾਂ ਦੀ ਉਹ ਗੱਲ ਜ਼ਰੂਰ ਕਰਦੇ ਆ, ਮਗਰ ਜਿਸ ਵੇਲੇ ਕਿਸਾਨਾਂ ਦੀ ਗੱਲ ਆਉਂਦੀ ਆ ਉੱਥੇ ਉਹ ਬੈਕਫੁੱਟ 'ਤੇ ਚਲੇ ਜਾਂਦੇ ਆ ਔਰ ਅੰਬਾਨੀ, ਅਡਾਨੀ, ਟਾਟਾ, ਬਿਰਲਾ ਔਰ ਵਟਸਐਪ ਦਾ ਮਾਲਕ ਔਰ ਗੂਗਲ ਦਾ ਮਾਲਕ ਔਰ ਦੂਸਰਾ ਇਹਦਾ ਫੇਸਬੁੱਕ ਦਾ ਮਾਲਕ ਉਹਨਾਂ ਦੀ ਬੈਕ 'ਤੇ ਜਾ ਕੇ ਖੜ੍ਹਦੇ ਆ। ਅਗਰ ਅਮੀਰਾਂ ਨੂੰ ਹੋਰ ਅਮੀਰ ਕਰਨਾ ਔਰ ਆਮ ਲੋਕਾਂ ਨੂੰ ਹੋਰ ਗਰੀਬ ਕਰਨਾ ਔਰ ਉਹਨਾਂ ਨੂੰ ਬੰਧੂਆ ਮਜ਼ਦੂਰ ਬਣਾਉਣ ਦੀ ਅਗਰ ਸੋਚ ਬੀਜੇਪੀ ਲੈ ਕੇ ਚੱਲੀ ਆ, ਤਾਂ ਬੀਜੇਪੀ ਦੇ ਨੇਤਾਵਾਂ ਦੇ, ਚਾਹੇ ਉਹ ਛੋਟਾ ਕਾਰਿਆਕਰਤਾ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਆ, ਇਹਨਾਂ ਦੇ ਛਿੱਤਰ ਪੈਣੇ ਹੀ ਪੈਣੇ ਆ ਔਰ ਉਹ ਪੋਸੀਬਲ ਆ। ਔਰ ਦੇਖਿਆ ਜਾਵੇ ਤਾਂ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਆਗੂਆਂ ਵੱਲੋਂ ਗੋਲ ਗੱਪਿਆਂ ਦੀ ਰੇਹੜੀ ਲਗਾ ਕੇ ਵਿਰੋਧ ਵੀ ਕੀਤਾ ਜਾ ਰਿਹਾ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਕਿਸਾਨ ਬਿੱਲ ਹੈ ਇਹ ਮੋਦੀ ਜੀ ਨੇ, ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬਣਾਏ ਆ ਔਰ ਅੱਜ ਜੇ ਕਿਸਾਨ ਧਰਨਿਆਂ 'ਤੇ ਬੈਠੇ ਤੇ ਉਹਨਾਂ ਦਾ ਆਪ ਦਾ ਪਰਸਨਲ ਮੈਟਰ। ਜਿਹੜੇ ਸ਼ਿਵ ਸੈਨਾ ਵਾਲੇ ਆ ਉਹ ਤਾਂ ਉਲਟੇ ਸਿੱਧੇ ਬਿਆਨ ਦਿੰਦੇ ਆ, ਸਰਕਾਰ ਤੋਂ ਸਿਕਿਉਰਿਟੀ ਉਹਨਾਂ ਨੇ ਲਈ ਆ ਅਤੇ ਕੇਂਦਰ ਸਰਕਾਰ ਵੀ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰ ਰਹੀ ਆ। ਜਿਹੜੇ ਉਹ ਗੋਲ ਗੱਪਿਆਂ ਦੀ ਉਹ ਗੱਲ ਕਰ ਰਹੇ, ਮੈਂ ਵੀ ਉਹ ਵੀਡੀਓ ਦੇਖੀ ਆ। ਅਗਰ ਉਹ ਕਿਸਾਨਾਂ ਦਾ ਵਿਰੋਧ ਕਰ ਰਹੇ ਉਹਦੇ ਵਿੱਚ, ਤਾਂ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਜੇ ਕਿਸਾਨ ਆਪਣੀ ਫਸਲ ਪੈਦਾਵਾਰ ਕਰਕੇ ਅਗਰ ਇਹਨਾਂ ਨੂੰ ਵੇਚੂ ਹੀ ਨਹੀਂ ਤਾਂ ਰੋਟੀ ਕੀ ਖਾਣਗੇ। ਉਹਨਾਂ ਦਾ ਇਹ ਕਹਿਣਾ ਇਹ ਆ ਕਿ ਕਿਸਾਨ ਆਪਣੀ ਜੇ ਕੋਈ ਵੀ ਮੰਨ ਲਓ ਕੋਈ ਵੀ ਬੰਦਾ ਆ ਉਹ ਆਪਣਾ ਪੇਟ ਭਰਨ ਲਈ ਕੋਈ ਨਾ ਕੋਈ ਕੰਮ ਕਰਦਾ, ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀਆਂ ਅਗਰ ਫੈਕਟਰੀਆਂ ਆ, ਅਸੀਂ ਮਾਲ ਬਣਾਉਂਦੇ ਹਾਂ ਅਤੇ ਅਸੀਂ ਨਹੀਂ ਕਹਿੰਦੇ ਸਰਕਾਰ ਨੂੰ ਕਿ ਸਾਡਾ ਮਾਲ ਖਰੀਦੋ, ਅਸੀਂ ਪ੍ਰਾਈਵੇਟ ਵੇਚਦੇ ਹਾਂ। ਕਹਿੰਦੇ ਕਿਸਾਨ ਦਾ ਫਸਲ ਕਿਉਂ ਸਰਕਾਰ ਖਰੀਦੇ। ਇੱਦਾਂ ਦੀਆਂ ਵੀ ਕੁਛ ਗੱਲਾਂ ਉਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੀਆਂ। ਇੱਦਾਂ ਦਾ ਮੈਂ ਵੀ ਇੱਕ ਇੰਡਸਟਰੀਲਿਸਟ ਹਾਂ, ਹਰ ਚੀਜ਼ ਸਰਕਾਰ ਬਾਹਰ ਥੋੜ੍ਹੀ ਕਰਦੀ ਹੈ ਜੀ। ਜਿਹੜੀ ਵੀ ਸਰਕਾਰ ਬਣਦੀ ਆ, ਕੁਛ ਗੱਲਾਂ ਜਿਹੜੀਆਂ ਆ ਉਹ ਜਿੱਦਾਂ ਹੁਣ ਖੇਤੀਬਾੜੀ ਬੇਸ, ਸਾਡਾ ਐਗਰੀਕਲਚਰ ਬੇਸਡ ਕੰਟਰੀ ਆ ਪੰਜਾਬ, ਇੱਥੇ 70% ਐਗਰੀਕਲਚਰ ਬੇਸਡ ਸਟੇਟ ਆ। ਬਾਕੀ ਸਟੇਟਾਂ ਵਿੱਚ ਐਗਰੀਕਲਚਰ ਜਿਹੜਾ ਉਹ ਘੱਟ ਆ, ਮਗਰ ਪੰਜਾਬ ਇੱਕ ਨੰਬਰ 1 ਸਟੇਟ ਹੋਣ ਦੇ ਕਰਕੇ ਪੰਜਾਬ ਦੇ ਵਿੱਚ ਔਰ ਹਰਿਆਣੇ ਵਿੱਚੋਂ ਜਿਹੜਾ ਐਗਰੀਕਲਚਰ ਦਾ ਇਹ ਖੇਤੀਬਾੜੀ ਦਾ ਕੰਮ ਹੁੰਦਾ ਔਰ ਇਹ ਫੂਡ ਜਿਹੜਾ ਪੂਰੇ ਆਲ ਓਵਰ ਵਰਲਡ ਦੇ ਵਿੱਚ ਪ੍ਰੋਵਾਈਡ ਹੁੰਦਾ ਜੀ। ਇਸ ਕਰਕੇ ਜਿਹੜਾ ਕੁਛ ਚੀਜ਼ਾਂ ਆ ਜਿਵੇਂ ਕਿ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਚੱਲੀਆਂ ਆ ਰਹੀਆਂ ਕਿ ਇੱਕ ਤਾਂ ਜਿਹੜਾ ਕਿਸਾਨ ਆ ਉਹ ਡਾਊਨਫਾਲ ਨਾ ਜਾਵੇ, ਇਸ ਕਰਕੇ MSP ਤੈਅ ਹੁੰਦੀ ਆ। ਦੂਸਰਾ ਜਿਹੜਾ ਕੱਲ੍ਹ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪਰਾਲੀ ਸਾੜਨ ਦੇ ਉੱਤੇ ਜਿਹੜਾ ਉਹਨਾਂ ਨੇ ਕਰੋੜਾਂ ਰੁਪਏ ਦਾ ਜੁਰਮਾਨਾ ਲਾਇਆ ਸੀ ਉਹ ਉਹਨਾਂ ਨੇ ਵਾਪਸ ਲੈ ਲਿਆ। ਗੱਲ ਪਰਾਲੀ ਸਾੜਨ ਦੀ ਵੀ ਨਹੀਂ, ਗੱਲ MSP ਦੀ ਵੀ ਨਹੀਂ, ਗੱਲ ਤਾਂ ਇਹ ਆ ਵੀ ਕਿਸਾਨ ਜਥੇਬੰਦੀਆਂ ਨੂੰ ਉਹ ਡਿਮੋਲਿਸ਼ ਕਰ ਰਹੇ ਆ,
ਉਹਨਾਂ ਦੀ ਜਿਹੜੀ ਸੋਚ ਹੈ ਉਹਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਆ। ਸੈਂਟਰ ਗੌਰਮੈਂਟ ਦੀ ਇਹ ਜਿਹੜੀ ਨਾਪਾਕ ਕੋਸ਼ਿਸ਼ ਹੈ ਇਹ ਕਾਮਯਾਬ ਨਹੀਂ ਹੋਣੀ, ਕਿਉਂਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ 31 ਜਥੇਬੰਦੀਆਂ ਔਰ ਦੇਸ਼ ਲੈਵਲ ਦੇ ਉੱਤੇ ਇਹ ਸੈਂਕੜੇ ਜਥੇਬੰਦੀਆਂ ਜਿਨ੍ਹਾਂ ਨੇ ਬੈਠ ਕੇ ਕਲੈਕਟਿਵਲੀ ਫੈਸਲਾ ਲਿਆ ਕਿ ਜਿਹੜੇ 3 ਆਰਡੀਨੈਂਸ ਬਿੱਲ ਆ ਇਹ ਕੇਂਦਰ ਸਰਕਾਰ ਵਾਪਸ ਕਰੇ, ਔਰ ਅਗਰ ਕੇਂਦਰ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ ਤਾਂ ਉਨੀ ਦੇਰ ਤੱਕ ਕਿਸਾਨਾਂ ਦਾ ਅੰਦੋਲਨ ਇਹ ਜਾਰੀ ਰਹੂਗਾ। ਔਰ ਮੈਂ ਕੱਲ੍ਹ ਸਾਡੇ ਪਿੰਡੋਂ ਆ, ਮੇਰੇ ਸਾਡੇ ਬਜ਼ੁਰਗ ਲੱਗਦੇ ਆ ਕੁਲਵੰਤ ਸਿੰਘ ਸੰਧੂ ਸਾਹਿਬ, ਅਤੇ ਮੈਂ ਉਹਨਾਂ ਨੂੰ ਸੁਣ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਲੋਹੜੀ ਵੀ ਉੱਥੇ ਹੀ ਮਨਾਵਾਂਗੇ ਅਤੇ ਉਸ ਤੋਂ ਬਾਅਦ ਵਿਸਾਖੀ ਵੀ ਉੱਥੇ ਮਨਾਵਾਂਗੇ। ਹੋ ਸਕਦਾ ਕਿ ਅਗਲੀ ਦੀਵਾਲੀ ਉਹ ਵੀ ਜਿਹੜੇ ਆ ਉਹ ਉੱਥੇ ਦਿੱਲੀ ਹੀ ਮਨਾਉਣ। ਅਗਰ ਅਗਲੀ ਦੀਵਾਲੀ ਤੱਕ ਦਾ ਕੰਸੈਪਟ ਕਿਸਾਨ ਬਣਾ ਕੇ ਬੈਠੇ ਆ, ਕਿਉਂਕਿ ਉਹ ਇੱਕ ਸਪੋਕਸਮੈਨ ਆ ਜਿਹੜਾ ਸੰਯੁਕਤ ਮੋਰਚਾ ਬਣਿਆ, ਕੁਲਵੰਤ ਸਿੰਘ ਸੰਧੂ ਉਹ ਸਪੋਕਸਮੈਨ ਆ, ਔਰ ਉਹ ਕਹਿ ਰਿਹਾ ਕਿ ਅਸੀਂ 1 ਸਾਲ ਦਾ ਪੂਰਾ ਪੋਰਟਫੋਲੀਓ ਬਣਾ ਕੇ ਬੈਠੇ ਹਾਂ। 1 ਸਾਲ ਤੋਂ ਬਾਅਦ ਵੀ ਅਗਰ ਜ਼ਰੂਰਤ ਪਈ ਤਾਂ ਸਾਡਾ ਅੰਦੋਲਨ ਹੋਰ ਅੱਗੇ ਚੱਲੂ। ਹੁਣ ਇਹ ਪਿੱਛੇ ਜਿਹੇ ਇੱਕ ਗੱਲ ਉੱਠੀ ਸੀ ਕਿ 7 ਸਾਲ ਹੋ ਗਏ ਨਰਿੰਦਰ ਮੋਦੀ ਨੂੰ, ਨਰਿੰਦਰ ਮੋਦੀ ਕਦੀ ਝੁਕਿਆ ਨਹੀਂ, ਮਗਰ ਸਿੱਖਾਂ ਨੇ ਇਹ ਗੱਲ ਉੱਥੇ ਸ਼ੋਰ ਕਰਤੀ ਕਿ 550 ਸਾਲ ਹੋ ਗਏ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੂੰ, ਜਿਨ੍ਹਾਂ ਨੇ ਸਾਨੂੰ ਝੁਕਣਾ ਦੱਸਿਆ ਨਹੀਂ। ਹੁਣ ਉਹ 7 ਸਾਲ ਹੋ ਗਏ, ਉਹ ਝੁਕਦਾ ਨਹੀਂ, ਅਤੇ ਗੁਰੂ ਸਾਹਿਬ ਨੇ ਕਿਹਾ ਆ 550 ਸਾਲ ਪਹਿਲਾਂ ਕਿ ਜਿਹੜਾ ਮੇਰਾ ਸਿੱਖ ਹੋਊਗਾ ਉਹ ਕਿਸੇ ਮੂਹਰੇ ਵੀ ਨਹੀਂ ਝੁਕੂਗਾ। ਇਸ ਕਰਕੇ ਜਿਹੜਾ ਗੁਰੂ ਦਾ ਸਿੱਖ ਆ, ਜਿਹੜਾ ਸਿੱਖ ਕੌਮ ਆ, ਜਿਹੜਾ ਕਿਸਾਨ ਆ, ਜਿਹੜਾ ਮਜ਼ਦੂਰ ਆ, ਜਿਹੜਾ ਮੁਲਾਜ਼ਮ ਆ, ਜਿਹੜਾ ਵਪਾਰੀ ਆ, ਜਿਹੜਾ ਸਨਅਤਕਾਰ ਆ, ਦੁਕਾਨਦਾਰ ਆ, ਰੇਹੜੀ ਵਾਲਾ ਆ, ਖੋਖੇ ਵਾਲਾ, ਉਹ ਸਾਰੇ ਲੋਕ ਜਿਹੜੇ ਆ ਅੱਜ ਸੈਂਟਰ ਗੌਰਮੈਂਟ ਦੇ ਵਿਰੋਧ ਵਿੱਚ ਕਿਸਾਨਾਂ ਦੇ ਨਾਲ ਖੜ੍ਹੇ। ਕਿਉਂਕਿ ਜੇ ਕਿਸਾਨ ਜਿਉਂਦਾ ਰਹੂਗਾ ਤਾਂ ਬਿਜ਼ਨਸ ਖੜ੍ਹੇ ਰਹਿਣਗੇ, ਆਮ ਇਨਸਾਨ ਜਿਉਂਦਾ ਰਹੂਗਾ। ਜੇ ਆਮ ਇਨਸਾਨ ਜਿਉਂਦਾ ਰਹੂਗਾ ਤਾਂ ਵਪਾਰ ਚੱਲੂਗਾ, ਜੇ ਵਪਾਰ ਤਦੇ ਚੱਲੂਗਾ ਜੇ ਬੰਦੇ ਬਚਣਗੇ। ਜੇ ਕਿਸਾਨ ਹੀ ਹੁਣ ਤੱਕ ਮੰਨ ਲਓ 50 ਕਿਸਾਨ ਜਿਹੜੇ ਆ ਉਹ ਸ਼ਹੀਦ ਹੋ ਚੁੱਕੇ ਆ, 50 ਕਿਸਾਨਾਂ ਦੇ ਮਗਰ ਤਾਂ ਕੋਈ ਨਹੀਂ ਖੜਿਆ, ਨਾ ਸਟੇਟ ਗੌਰਮੈਂਟ ਖੜੀ। ਕੈਪਟਨ ਅਮਰਿੰਦਰ ਸਿੰਘ ਰੋਜ਼ ਭੌਂਕਣ ਡਿਆ, ਉਹ ਕਦੀ ਇਸ ਟੌਪਿਕ 'ਤੇ ਆਉਂਦਾ ਵੀ ਉਹ ਉਸ ਪਰਿਵਾਰਾਂ ਨੂੰ ਕੰਪਨਸੇਟ ਕਰੀਏ, ਅਸੀਂ ਉਹਨਾਂ ਦੀ ਮਾਲੀ ਮਦਦ ਕਰੀਏ। ਨਾ ਪ੍ਰਕਾਸ਼ ਸਿੰਘ ਬਾਦਲ ਬੋਲਦਾ, ਨਾ ਸੁਖਬੀਰ ਬੋਲਦਾ, ਨਾ ਹਰਸਿਮਰਤ ਬੋਲਦੀ, ਨਾ ਕੋਈ ਹੋਰ ਬੋਲਦਾ। ਜਿਹੜਾ ਗੁਰੂ ਦੀ ਗੋਲਕ ਆ, ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਤਾਂ ਬਾਦਲਾਂ ਦਾ ਪੈਸਾ ਨਹੀਂ ਨਾ, ਉਹ ਸੰਗਤ ਦਾ ਪੈਸਾ ਆ। ਰੋਜ਼ 2 ਗੁਰਦੁਆਰੇ, ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ, ਸ਼੍ਰੀ ਹਰਿਮੰਦਰ ਸਾਹਿਬ, ਇਹ 2 ਸਥਾਨ ਇੱਥੇ ਐਸੇ ਆ ਜਿੱਥੇ 2.5 ਕਰੋੜ ਰੁਪਈਆ ਡੇਲੀ ਚੜ੍ਹਦਾ। ਅਗਰ ਉਸ 2.5 ਕਰੋੜ ਦੇ ਵਿੱਚੋਂ ਮੈਂ ਕਹਿੰਦਾ 20 ਲੱਖ ਰੁਪਈਆ ਵੀ ਦੇ ਦੇਣ, 50 ਵੀ ਛੱਡਣ, 20 ਲੱਖ ਰੁਪਈਆ ਅਗਰ ਸ਼ਹੀਦ ਹੋਏ ਕਿਸਾਨਾਂ ਨੂੰ ਦੇ ਦਿੱਤਾ ਜਾਵੇ ਤਾਂ ਉਸ ਪਰਿਵਾਰਾਂ ਦੀ ਮਾਲੀ ਮਦਦ ਦੇ ਤੌਰ 'ਤੇ ਉਹ ਪਰਿਵਾਰ ਦੇ ਜਿਹੜੇ ਬੱਚੇ ਉਹ ਜਿਉਂਦੇ ਰਹਿ ਜਾਣਗੇ। ਨਹੀਂ ਤਾਂ ਉਸ ਘਰਾਂ ਦੇ ਮੁਖੀ ਮਰ ਚੁੱਕੇ ਆ। ਜਿਹੜੇ ਘਰਾਂ ਦੇ ਮੁਖੀ ਚਲੇ ਗਏ, ਜਿਹੜੇ ਕਿਸਾਨ ਅੰਦੋਲਨ 'ਚ ਸ਼ਾਮਲ ਹੋ ਕੇ ਸੜਕਾਂ 'ਤੇ ਬੈਠੇ ਰਹੇ, ਉਹਨਾਂ ਬਾਰੇ ਸੁਖਬੀਰ ਬਾਦਲ ਵੀ ਨਹੀਂ ਬੋਲਦਾ, ਨਾ ਕੈਪਟਨ ਅਮਰਿੰਦਰ ਸਿੰਘ ਬੋਲਦਾ। ਕੌਣ ਬੋਲੂਗਾ ਕੱਲ੍ਹ ਨੂੰ? ਮੈਂ ਤਾਂ ਇਹ ਕਹਿੰਦਾ ਕਿ ਪੰਜਾਬ ਦੀ 2.5 ਕਰੋੜ ਆਬਾਦੀ ਆ। ਕੱਲ੍ਹ ਨੂੰ ਇਹ ਲੋਕ ਅਕਾਲੀ ਹੋਣ, ਕਾਂਗਰਸੀ ਹੋਣ ਜਾਂ ਕੋਈ ਹੋਰ ਹੋਵੇ, ਜਿਹੜਾ ਵੋਟਾਂ ਲੈਣ ਆਵੇ ਛਿੱਤਰ ਲਾ ਲੈਣ ਔਰ ਜੁੱਤੀ ਐਸੀ ਭਰਾਉਣ, ਇਹਨਾਂ ਨੂੰ ਪਿੰਡ ਵਿੱਚ ਪੁੱਠੇ ਟੰਗ ਕੇ ਇਹਨਾਂ ਦਾ ਵਿਜੰਤਰ ਕਰੇ, ਤਦ ਜਾ ਕੇ ਸਮਾਜ ਬਦਲੂਗਾ। ਅੱਜ ਸਮਾਜ 60% ਬਦਲ ਚੁੱਕਾ। ਅੱਜ ਬੱਚੇ ਪੜ੍ਹ ਲਿਖ ਗਏ ਆ, ਬੱਚੇ ਜਿਹੜੇ ਲੋਕਾਂ ਨੂੰ ਅੱਜ ਕਨਵੇ ਕਰ ਰਹੇ ਆਪਣਾ ਮੈਸੇਜ ਵਟਸਐਪ ਦੇ ਥਰੂ, ਫੇਸਬੁੱਕ ਦੇ ਥਰੂ ਲਾਈਵ ਹੋ ਕੇ ਬੋਲ ਰਹੇ ਆ। ਅਗਰ ਇਹ ਮੈਸੇਜ ਲੋਕਾਂ ਤੱਕ ਜਾ ਰਿਹਾ, ਪੂਰੇ ਵਰਲਡ 'ਚ ਜਾ ਰਿਹਾ, ਉਹ ਇਸੇ ਕਰਕੇ ਤੁਹਾਨੂੰ ਚੇਂਜ ਨਜ਼ਰ ਆ ਰਹੀ ਹੈ। ਔਰ ਜਿਹੜੀ ਚੇਂਜ ਆ, ਇਹ ਚੇਂਜ ਇੱਕ ਨਾ ਇੱਕ ਦਿਨ ਰੰਗ ਲੈ ਕੇ ਆਊਗੀ। ਮੋਦੀ ਨੂੰ ਆਪਣੇ 3 ਆਰਡੀਨੈਂਸ ਬਿੱਲ ਜਿਹੜੇ ਉਹ ਵਾਪਸ ਲੈਣੇ ਪੈਣਗੇ। ਤੁਹਾਨੂੰ ਕੀ ਲੱਗਦਾ ਕਿ ਲਗਾਤਾਰ ਇੰਨਾ ਦੇਰ ਹੋ ਗਈ ਆ ਤੇ ਮੀਟਿੰਗਾਂ ਬੇਸਿੱਟਾ ਨਿਕਲ ਰਹੀਆਂ, ਗੱਲ ਚੱਲ ਰਹੀ ਆ ਸ਼ਹੀਦਾਂ ਦੀ, ਲਗਭਗ 50 ਤੋਂ ਉੱਪਰ ਲੋਕ ਸ਼ਹੀਦ ਵੀ ਹੋ ਚੁੱਕੇ ਆ, ਹਜੇ ਤੱਕ ਕੋਈ ਵੀ ਜੇ ਕਹੀਏ ਕਿਤੇ ਵੀ ਕੋਈ ਰੁੱਖ ਨਹੀਂ ਨਜ਼ਰ ਆ ਰਿਹਾ ਕਿ ਅੰਦੋਲਨ ਕਿਸ ਰੁੱਖ ਨੂੰ ਜਾਏਗਾ। ਹੁਣ 4 ਤਰੀਕ ਨੂੰ ਦੁਬਾਰਾ ਮੀਟਿੰਗ ਆ, ਕੀ ਲੱਗਦਾ ਕਿ ਸਭ ਇਸੇ ਤਰੀਕੇ ਚੱਲਦਾ ਹੀ ਰਹੂਗਾ? ਮੀਟਿੰਗਾਂ ਸਰਕਾਰ ਦਾ ਕਰਨਾ ਫਰਜ਼ ਆ, ਕਿਉਂਕਿ ਮੀਟਿੰਗਾਂ ਤਾਂ ਉਹਨਾਂ ਨੇ ਕਰਨੀਆਂ ਹੀ ਕਰਨੀਆਂ। ਜੇ ਸਰਕਾਰ ਮੀਟਿੰਗ ਨਹੀਂ ਕਰੂਗੀ ਤਾਂ ਫਿਰ ਲੋਕਾਂ ਨੂੰ ਇਹ ਮੈਸੇਜ ਦੇ ਦੇਣਗੇ, ਲਓ ਜੀ ਅਸੀਂ ਕਿਸਾਨਾਂ ਨੂੰ ਬੁਲਾਉਂਦੇ, ਕਿਸਾਨ ਆ ਨਹੀਂ ਰਹੇ। ਕਿਸਾਨਾਂ ਨੂੰ ਉਹ ਬੁਲਾਉਂਦੇ, ਕਿਸਾਨ ਜਾਂਦੇ ਆ, ਮੀਟਿੰਗ ਬੇਸਿੱਟਾ ਰਹਿੰਦੀ ਆ ਔਰ ਉਹ ਆਪਣੀਆਂ ਗੱਲਾਂ ਮਨਵਾਉਣ 'ਤੇ ਵਜਿੱਦ ਆ। ਉਹ ਕਹਿੰਦੇ ਕਿ 3 ਆਰਡੀਨੈਂਸ ਬਿੱਲ ਲੋਕ ਵਿਰੋਧੀ ਨਹੀਂ, ਕਿਸਾਨ ਵਿਰੋਧੀ ਨਹੀਂ, ਤਾਂ ਉਹ ਕਹਿੰਦੇ ਇਹਦੇ ਵਿੱਚ ਅਸੀਂ ਚੇਂਜ ਕਰ ਦਿੰਦੇ। 18 ਮੁੱਖ ਮੰਗਾਂ ਹੈ,
ਉਹ ਜਿਹੜੇ 3 ਆਰਡੀਨੈਂਸ ਬਿੱਲ ਆ 18 ਦੇ ਉੱਤੇ 8 ਤੇ ਪਹਿਲਾਂ ਡਿਸਕਸ਼ਨ ਹੋ ਚੁੱਕੀ ਆ, 8 ਉਹਨਾਂ ਨੇ ਮੰਨ ਲਈਆਂ ਕਿ ਇਹ ਸਾਡੀ ਗਲਤੀ ਆ। ਹੁਣ 2 ਹੋਰ ਕੱਲ੍ਹ ਮੰਨ ਗਏ, 10 ਹੋ ਗਈਆਂ। ਗੱਲ ਇਹ ਵੀ ਜਿਹੜੀਆਂ 8 ਬਾਕੀ ਰਹਿੰਦੀਆਂ ਉਹਦੇ ਵਿੱਚ ਤੁਸੀਂ ਅਗਰ ਨਸ਼ਰ ਕਰਕੇ ਦੇਖ ਲਓ ਕਿ ਉਹ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਬਚਦੀਆਂ, ਜਿਹੜੇ ਆਰਡੀਨੈਂਸ ਬਿੱਲ ਆ ਚਾਹੇ ਇਹਦੇ ਵਿੱਚ ਅਮੈਂਡਮੈਂਟ ਵੀ ਕਰ ਦੇਣ, ਕੱਲ੍ਹ ਨੂੰ ਥੋੜ੍ਹੇ ਸਮੇਂ ਬਾਅਦ ਇਹਨਾਂ ਨੇ ਫੇਰ ਹੀ ਅਮੈਂਡਮੈਂਟ ਕਰਤੀ, ਫੇਰ ਕਿੱਥੇ ਜਾਓਗੇ। ਇਸ ਕਰਕੇ ਇਹ 3 ਆਰਡੀਨੈਂਸ ਬਿੱਲ ਜਿਹੜੇ ਉਹ ਵਾਪਸ ਹੋਣੇ ਚਾਹੀਦੇ ਆ, ਬਿੱਲਾਂ ਦੇ ਵਿੱਚ ਅਮੈਂਡਮੈਂਟ ਨਹੀਂ ਹੋਣੀ ਚਾਹੀਦੀ। ਔਰ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਗੁਰਾਇਆ ਸਾਹਿਬ, ਪਹਿਲਾਂ ਗੱਲ ਚੱਲੀ ਸੀ ਕਿ ਜਿਹੜਾ ਕਿਸਾਨ ਆ ਉਹ ਪੀਜ਼ੇ ਖਾ ਰਿਹਾ, ਕਿਸਾਨ ਇੰਗਲਿਸ਼ ਬੋਲ ਰਿਹਾ ਅਤੇ ਉਹ ਕਿਸਾਨ ਨਹੀਂ ਆ, ਕਿ ਇਹਨਾਂ ਵਿੱਚ ਕਿਤੇ ਨਾ ਕਿਤੇ ਖਾਲਿਸਤਾਨੀ ਆ ਜਾਂ ਕਿਤੇ ਨਾ ਕਿਤੇ ਕੋਈ ਅੱਤਵਾਦੀ ਸੰਗਠਨ ਆ। ਹੁਣ ਖਾਲਸਾ ਏਡ ਦੇ ਉੱਤੇ ਸਵਾਲ ਉੱਠ ਰਿਹਾ ਆ, ਖਾਲਸਾ ਏਡ ਦੇ ਬਾਰੇ ਵੀ ਇੱਦਾਂ ਦੀਆਂ ਜੋ ਗੱਲਾਂ ਉੱਡ ਰਹੀਆਂ ਨੇ ਕਿ ਇਹਨਾਂ ਦੇ ਅੱਤਵਾਦੀਆਂ ਨਾਲ ਲਿੰਕ ਆ। ਇਸ ਮੁੱਦੇ ਨੂੰ ਲੈ ਕੇ ਰਵੀ ਸਿੰਘ ਜੀ ਲਾਈਵ ਵੀ ਹੋਏ ਨੇ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜਿਹੜੇ ਤਾਂ ਇਹ ਖਾਲਸਾ ਏਡ ਦੇ ਉੱਤੇ ਅੱਜ ਕੁਐਸਚਨ ਮਾਰਕ ਲੱਗਾ, ਕੱਲ੍ਹ ਖਾਲਸਾ ਏਡ ਵਾਲੇ ਜਿਹੜੇ ਬਿਲਕੁਲ ਸਹੀ ਸੀ। ਜਿਸ ਵੇਲੇ ਇੱਥੇ ਹੜ੍ਹ ਆਏ ਉਦੋਂ ਖਾਲਸਾ ਏਡ ਵਾਲੇ ਜਿਹੜੇ ਆ ਬਿਹਾਰ ਵਿੱਚ ਵੀ ਗਏ, ਮੱਧ ਪ੍ਰਦੇਸ਼ ਵਿੱਚ ਵੀ ਗਏ, ਮਹਾਰਾਸ਼ਟਰ ਵਿੱਚ ਵੀ ਗਏ, ਉੱਥੇ ਦੇ ਲੋਕਾਂ ਨੂੰ ਉਹਨਾਂ ਨੇ ਜਾ ਕੇ ਦਵਾਈਆਂ ਪ੍ਰੋਵਾਈਡ ਕੀਤੀਆਂ, ਉਹਨਾਂ ਦੀ ਲੁੱਕ ਆਫਟਰ ਕੀਤਾ, ਉਦੋਂ ਬਿਲਕੁਲ ਸਹੀ ਸੀ। ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹ ਆਏ, ਇੱਥੇ ਆ ਕੇ ਉਹਨਾਂ ਨੇ ਮੱਝਾਂ ਦੇ ਲੰਗਰ ਲਾਏ, ਦਵਾਈਆਂ ਦੇ ਲੰਗਰ ਲਾਏ, ਫੂਡ ਦੇ ਲੰਗਰ ਲਾਏ, ਹਰ ਲੰਗਰ ਲਾਇਆ ਉਹਨਾਂ ਨੇ ਆ ਕੇ, ਉਦੋਂ ਉਹ ਸਹੀ ਸੀ। ਅੱਜ ਜਦੋਂ ਜਿਹੜਾ ਇਹਨਾਂ ਨੇ 3 ਆਰਡੀਨੈਂਸ ਬਿੱਲ ਪਾਸ ਕੀਤੇ, ਅਗਰ ਉਹਦੇ ਵਿਰੋਧ ਵਿੱਚ ਅੱਜ ਆਵਾਮ ਦੇ ਨਾਲ ਆ ਕੇ ਉਹ ਖੜ ਗਏ, ਕਿਸਾਨਾਂ ਨਾਲ ਖੜ ਗਏ, ਤਾਂ ਜੋ ਖਾਲਿਸਤਾਨੀ ਬਣ ਗਏ। ਰਵੀ ਸਿੰਘ ਦੇ ਉੱਤੇ ਇਹਨਾਂ ਨੇ ਆਰੋਪ ਲਾਏ। ਰਵੀ ਸਿੰਘ ਜੀ ਨੇ ਲਾਈਵ ਹੋ ਕੇ ਕਹਿ ਦਿੱਤਾ ਕਿ ਜੀ ਨਿਊਜ਼ ਵਾਲਿਆਂ ਨੂੰ ਉਹਨਾਂ ਨੇ ਆਪਣਾ ਜਵਾਬ ਦੇ ਦਿੱਤਾ। ਜੀ ਨਿਊਜ਼ ਕਿਹਦਾ ਹੈ? ਸੁਭਾਸ਼ ਚੰਦਰੇ ਦਾ। ਸੁਭਾਸ਼ ਚੰਦਰ ਕੌਣ ਆ? ਮੈਂਬਰ ਪਾਰਲੀਮੈਂਟ BJP ਦਾ। ਇਹ ਜਿਹੜੇ ਚੈਨਲ ਆ ਇਹ ਸਾਰੇ ਅੰਬਾਨੀਆਂ ਅਡਾਨੀਆਂ ਦੇ ਚੈਨਲ ਆ, ਸੁਭਾਸ਼ ਚੰਦਰ ਦਾ ਚੈਨਲ ਆ। ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਇਹ ਜਿਹੜਾ ਕਿਸਾਨ ਦੇ ਹਿੱਤ ਵਿੱਚ ਕੋਈ ਬੋਲੇ। ਔਰ ਜਿਹੜਾ ਵੀ ਕਿਸਾਨਾਂ ਦੇ ਹਿੱਤ ਵਿੱਚ ਕੋਈ ਸਿੰਗਰ ਜਾਂਦਾ ਜਾਂ ਕੋਈ ਸੋਸ਼ਲ ਆਰਗੇਨਾਈਜੇਸ਼ਨ ਜਾਂਦੀ, ਉਹਦੇ ਵਿਰੋਧ ਵਿੱਚ ਉਹ ਲੋਕ ਨਾਲ ਹੀ ਕਹਿਣਾ ਸ਼ੁਰੂ ਕਰ ਦਿੰਦੇ ਜੀ ਇਹ ਖਾਲਿਸਤਾਨੀ ਆ। ਜੇ ਖਾਲਿਸਤਾਨੀ ਆ ਫਿਰ ਉਹਨਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲੈਂਦੇ? ਖਾਲਿਸਤਾਨੀ ਆ, ਵੱਖਵਾਦੀ ਆ, ਨੈਕਸਲਾਈਟ ਆ। ਅੱਜ ਤੱਕ ਇਤਿਹਾਸ ਵਿੱਚ ਇਹ ਗੱਲ ਦਰਜ ਹੋ ਗਈ, ਇਤਿਹਾਸ ਲਿਖਿਆ ਜਾ ਰਿਹਾ ਕਿ ਕਿਸਾਨ ਅੰਦੋਲਨ ਪਹਿਲਾ ਅੰਦੋਲਨ ਹੈ ਇੰਡੀਆ ਦੇ ਵਿੱਚ, ਪੂਰੇ ਵਰਲਡ ਦਾ ਨੰਬਰ 1 ਤੇ ਚਲੇ ਗਿਆ। ਪੂਰੇ ਵਰਲਡ ਗਿਨੀਜ਼ ਬੁੱਕ ਦੇ ਵਿੱਚ ਵੀ ਇਹ ਰਿਕਾਰਡ ਹੋ ਗਿਆ ਕਿ ਇਸ ਅੰਦੋਲਨ ਦੇ ਵਿੱਚ ਕੋਈ ਮਾਰ ਧਾੜ ਨਹੀਂ ਹੋਈ, ਇਸ ਅੰਦੋਲਨ 'ਚ ਕਿਸੇ ਚੀਜ਼ ਨੂੰ ਤੋੜਿਆ ਕੋਈ ਮਰੋੜਿਆ ਨਹੀਂ ਗਿਆ, ਇਸ ਅੰਦੋਲਨ ਵਿੱਚ ਸਰਕਾਰੀ ਪਬਲਿਕ ਪ੍ਰਾਪਰਟੀ ਦਾ ਕੋਈ ਨੁਕਸਾਨ ਨਹੀਂ ਹੋਇਆ, ਇਸ ਅੰਦੋਲਨ ਵਿੱਚ ਕਿਸੇ ਉੱਤੇ ਕੋਈ ਜ਼ਾਲਮਾਨਾ ਹਮਲਾ ਨਹੀਂ ਹੋਇਆ। ਔਰ ਅਮਨ ਔਰ ਸ਼ਾਂਤੀ ਦੇ ਨਾਲ ਕਿਸਾਨ ਔਰ ਮਜ਼ਦੂਰ ਜਿਹੜਾ ਇਹ ਅੰਦੋਲਨ ਨੇਪਰੇ ਚਾੜ ਰਹੇ ਆ। ਔਰ ਅੱਜ ਵੀ ਉਹ ਸ਼ਾਂਤੀ ਤਰੀਕੇ ਦੇ ਨਾਲ ਸੈਂਟਰ ਗੌਰਮੈਂਟ ਦੀਆਂ ਨੀਤੀਆਂ ਦਾ, ਪਾਲਿਸੀਆਂ ਦਾ ਵਿਰੋਧ ਕਰ ਰਹੇ। ਅਤੇ ਰਵੀ ਸਿੰਘ ਹੋਣੀ ਜਿਹੜੀ ਉਹ ਸਮਾਜ ਦੀ ਸੇਵਾ ਕਰਦੇ ਆ, ਇੱਕ ਸੋਸ਼ਲ ਵਰਕਰ ਆ। ਔਰ ਉਹਨਾਂ ਨੂੰ ਇਹ ਅਗਰ ਖਾਲਿਸਤਾਨ ਦੇ ਨਾਲ ਜੋੜਿਆ ਜਾਵੇ, ਮੈਂ ਸਮਝਦਾ ਕੇਂਦਰ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਆ। ਕੇਂਦਰ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਆ। ਨਰਿੰਦਰ ਮੋਦੀ ਨੂੰ ਸੋਚਣਾ ਚਾਹੀਦਾ, ਜਿਸ ਬੰਦੇ ਨੇ ਚਾਹੇ ਉਹ ਅਰਬ ਕੰਟਰੀ ਦੇ ਵਿੱਚ ਕੋਈ ਬਲਾਸਟ ਹੋਇਆ ਹੋਵੇ, ਚਾਹੇ ਤੁਸੀਂ ਅਫਗਾਨਿਸਤਾਨ ਲੈ ਲਓ, ਪਾਕਿਸਤਾਨ ਲੈ ਲਓ, ਕਿਹੜੀ ਕੰਟਰੀ ਆ ਕਿ ਜਿੱਥੇ ਰਵੀ ਸਿੰਘ ਜੀ ਨਹੀਂ ਗਏ? ਖਾਲਸਾ ਏਡ ਦੀਆਂ ਟੀਮਾਂ ਕਿੱਥੇ ਨਹੀਂ ਗਈਆਂ? ਔਰ ਖਾਲਸਾ ਏਡ ਭਾਰਤ ਦੇ ਵਿੱਚ ਵੀ ਉਹ ਕੋਈ ਜਾਤ, ਧਰਮ, ਮਜ਼ਹਬ ਨਹੀਂ ਦੇਖਦੇ। ਉਹ ਚਾਹੇ ਕੋਈ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਈਸਾਈ ਆ, ਬੁੱਧਿਸਟ ਆ, ਪਾਰਸੀ ਆ, ਹਰ ਬੰਦੇ ਦੇ ਲਈ ਇੱਕ ਇਨਸਾਨੀਅਤ ਦੇ ਤੌਰ 'ਤੇ ਉਹਦੀ ਪਿੱਠ 'ਤੇ ਜਾ ਕੇ ਉਹ ਖੜ੍ਹਦੇ ਆ। ਉਹਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਉੱਥੇ ਪ੍ਰੋਵਾਈਡ ਕਰਦੇ। ਇਸ ਕਰਕੇ ਰਵੀ ਸਿੰਘ ਦੇ ਨਾਲ ਪੂਰਾ ਇੰਡੀਆ ਖੜਾ ਅੱਜ ਦੀ ਡੇਟ ਵਿੱਚ। ਔਰ ਸਰਕਾਰ ਜੋ ਮਰਜ਼ੀ ਕਹੀ ਜਾਵੇ, ਸਰਕਾਰ ਦਾ ਕੰਮ ਭੌਂਕਣਾ, ਕੁੱਤਿਆਂ ਵਾਂਗੂ ਭੌਂਕੀ ਜਾਂਦੇ ਆ। ਮਗਰ ਮੀਟਿੰਗਾਂ ਜਿਹੜੀਆਂ ਇਹ ਬੇਸਿੱਟਾ, ਜੇ ਸਾਡੇ ਕਿਸਾਨ ਆਗੂ ਨਹੀਂ ਜਾਂਦੇ ਤਾਂ ਉਹ ਕਹਿੰਦੇ ਜੀ ਇਹ ਆਉਂਦੇ ਨਹੀਂ। ਜੇ ਉਹ ਜਾਂਦੇ, ਮੀਟਿੰਗ ਬੇਸਿੱਟਾ ਰਹਿੰਦੀ ਹੈ। ਇਹ ਨਤੀਜੇ ਵੀ ਜਿਹੜਾ ਉਹ ਕੇਂਦਰ ਸਰਕਾਰ ਨੂੰ ਭੁਗਤਣੇ ਪੈਣਗੇ, ਕਿਉਂਕਿ ਪੂਰਾ ਵਰਲਡ ਅੱਜ ਹਰ ਦੇਸ਼ ਦਾ ਜਿਹੜੀ ਸਰਕਾਰ ਆ, ਪ੍ਰਾਈਮ ਮਿਨਿਸਟਰ ਆ, ਰਾਸ਼ਟਰਪਤੀ ਆ, ਉਹ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਆ। ਔਰ ਉਹ ਕਿਸਾਨ ਅੰਦੋਲਨ ਵਿੱਚ ਸ਼ਾਮਲ ਆ। ਔਰ ਅੰਦੋਲਨ ਦੇ ਲਈ ਉਹਨਾਂ ਨੇ ਨਰਿੰਦਰ ਮੋਦੀ ਨੂੰ ਵੀ ਕਿਹਾ ਕਿ ਕਿਸਾਨਾਂ ਦੀ ਇਹ ਮੰਗ ਜਿਹੜੀ ਆ ਉਹਨੂੰ ਮੰਨੋ, ਔਰ ਜੋ ਕਹਿੰਦੇ 3 ਆਰਡੀਨੈਂਸ ਬਿੱਲ ਉਹਨੂੰ ਤੁਸੀਂ ਜਿਹੜਾ ਉਹ ਰਿਜੈਕਟ ਕਰੋ, ਤਾਂ ਜੋ ਕਿ ਕਿਸਾਨ ਆਪੋ ਆਪਣੇ ਘਰਾਂ ਵਿੱਚ ਜਾ ਕੇ ਆਰਾਮ ਨਾਲ ਬੈਠ ਸਕਣ।
ਔਰ ਲਗਾਤਾਰ ਜਿਹੜਾ ਅੰਦੋਲਨ ਚੱਲ ਰਿਹਾ ਇਹਦੇ ਵਿੱਚ ਕੁਛ ਨਾ ਕੁਛ ਦਿਨੋਂ ਦਿਨ ਦੇਖ ਰਹੇ ਹਾਂ ਕਿ ਸ਼ਰਾਰਤੀ ਜੋ ਲੋਕ ਇਹਦੇ ਵਿੱਚ ਆ ਵੀ ਰਹੇ ਆ। ਔਰ ਇੱਕ ਜੇ ਤਾਜ਼ੀ ਘਟਨਾ ਮੈਂ ਤੁਹਾਨੂੰ ਦੱਸਾਂ, ਤੁਹਾਡੇ ਨਾਲ ਮੈਂ ਸਾਂਝੀ ਕਰਨੀ ਚਾਹੁੰਦਾ ਕਿ RSS ਵੱਲੋਂ ਇੱਕ ਲੜਕੇ ਨੂੰ ਭੇਜਿਆ ਗਿਆ ਔਰ ਜੋ ਕਿ ਮੀਡੀਆ ਦੇ ਵਿੱਚ ਸਾਫ਼ ਬਿਆਨ ਦੇ ਰਿਹਾ ਆ ਕਿ ਮੈਨੂੰ RSS ਦੇ ਜੋ ਅਧਿਅਕਸ਼ ਨੇ ਉਹਨਾਂ ਨੇ ਤਿਆਰ ਕੀਤਾ, ਉਹਨਾਂ ਨੇ ਭੇਜਿਆ ਔਰ ਉਹ ਕਹਿ ਰਹੇ ਆ ਕਿ ਮੋਦੀ ਜਿੰਦਾਬਾਦ ਦੇ ਨਾਅਰੇ ਲਾਓ। ਅਤੇ ਕੁਛ ਉਹ ਤਖਤੀਆਂ ਵੀ ਜਾਂ ਕੁਛ ਪੇਪਰ ਵੀ ਲਿਖ ਕੇ ਜਿਨ੍ਹਾਂ ਦੇ ਉੱਤੇ ਅਲੱਗ-ਅਲੱਗ ਤਰੀਕੇ ਨਾਲ ਕੁਛ ਅਲੱਗ-ਅਲੱਗ ਸਲੋਗਨ ਲਿਖੇ ਹੋਏ ਆ। ਕੀ ਲੱਗਦਾ RSS ਦੇ ਲੋਕ ਜੋ ਇਹ ਕੁਛ ਕਰ ਰਹੇ ਆ, ਕੀ ਮਨਸਾ ਹੋ ਰਹੀ ਹੈ ਉਹਨਾਂ ਦੀ? ਦੇਖੋ, ਲੋਕ ਬੜੇ ਅਵੇਅਰ ਆ, ਕਿਸਾਨ ਅਵੇਅਰ ਆ। ਕਿਸਾਨਾਂ ਨੇ ਆਪਣੇ ਜਿੰਨੇ ਵੀ ਉੱਥੇ ਉਹਨਾਂ ਦੇ ਵਰਕਰ ਲਾ ਲਓ ਜਾਂ ਆਮ ਜਨਤਾ ਗਈ ਆ ਉੱਥੇ ਕਿਸਾਨਾਂ ਦੇ ਹਿੱਤ ਦੇ ਵਿੱਚ, ਉਹਨਾਂ ਨੇ ਇੱਕ ਗੱਲ ਬੜੀ ਠੋਕ ਕੇ ਕਹੀ ਆ ਕਿ ਕਿਸੇ ਨੂੰ ਕੁਛ ਨਹੀਂ ਕਹਿਣਾ। ਅਗਰ ਕੋਈ ਬੰਦਾ ਤੁਹਾਨੂੰ ਇੱਦਾਂ ਲੱਗ ਰਿਹਾ ਵੀ ਇਹ ਬੰਦਾ ਸਾਡਾ ਨਹੀਂ, ਉਹਨੂੰ ਫੜ ਲਓ, ਫੜ ਕੇ ਉਹਨੂੰ ਬਿਠਾ ਲਓ, ਪਿਆਰ ਨਾ ਪੁੱਛੋ। ਜਦੋਂ ਪਿਆਰ ਦੇ ਨਾਲ ਉਹਨੂੰ ਪੁੱਛਦੇ ਤਾਂ ਬੰਦਾ ਸਾਰਾ ਕੁਝ ਬਕਦਾ। ਅਤੇ ਉਹ ਇਹੀ ਚੀਜ਼ ਆ ਕਿ ਉਹ ਮੁੰਡੇ ਨੇ ਵੀ ਕਿਹਾ, ਮੈਨੂੰ RSS ਵਾਲਿਆਂ ਨੇ ਭੇਜਿਆ, ਮੈਨੂੰ ਉਹਨਾਂ ਨੇ 20,000 ਰੁਪਈਆ ਦੇਣਾ ਸੀ, ਮੈਨੂੰ ਉਹਨਾਂ ਦਾ ਕੰਟਰੈਕਟ ਸੀ ਔਰ ਉਹਨਾਂ ਨੇ ਮੈਨੂੰ ਕਿਹਾ ਸੀ ਨਰਿੰਦਰ ਮੋਦੀ ਜਿੰਦਾਬਾਦ ਦੇ ਨਾਅਰੇ ਲਾਓ ਅਤੇ ਉੱਥੇ ਆਹ ਪੇਪਰ ਜਿਹੜੇ ਉਹ ਤੁਸੀਂ ਲੋਕਾਂ 'ਚ ਡਿਸਟਰੀਬਿਊਟ ਕਰੋ। ਇਸ ਕਰਕੇ ਉਹਨੇ ਆਪਣੀ ਉਹ ਸੱਚ ਨੂੰ ਜਿਹੜੀ ਕਹਾਣੀ ਸੀ ਉਹ ਲੋਕਾਂ ਦੇ ਸਾਹਮਣੇ ਰੱਖ ਦਿੱਤੀ। ਉਹਨਾਂ ਨੇ ਪੁਲਿਸ ਬੁਲਾ ਲਈ, ਪੁਲਿਸ ਬੁਲਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਉਹ ਮੁੰਡਾ ਜਿਹੜਾ ਉਹ ਚਲੇ ਗਿਆ। ਹੁਣ ਤੁਸੀਂ ਕੱਲ੍ਹ ਦੇਖਿਆ ਹੋਊਗਾ ਕਿ ਸ਼ਾਹੀਨ ਬਾਗ ਵਿੱਚ ਜਿਸ ਬੰਦੇ ਨੇ ਗੋਲੀ ਚਲਾਈ ਸੀ, ਜਿਹਨੂੰ ਲੋਕਾਂ ਨੇ ਫੜ ਕੇ ਪੁਲਿਸ ਦੇ ਕੋਲ ਹਵਾਲੇ ਕੀਤਾ ਸੀ, ਅੱਜ ਉਹ ਬੰਦਾ ਕੱਲ੍ਹ BJP 'ਚ ਸ਼ਾਮਲ ਹੋ ਗਿਆ। ਅੱਜ ਸੋਸ਼ਲ ਮੀਡੀਆ 'ਤੇ ਉਹ ਚੱਲ ਰਹੀ ਆ। ਉਹ ਬੰਦਾ ਜਿਹੜਾ ਜਿਹਨੇ ਗੋਲੀ ਚਲਾਈ ਸ਼ਾਹੀਨ ਬਾਗ ਵਿੱਚ ਮੁਸਲਮਾਨਾਂ ਦੇ ਉੱਤੇ, ਔਰ ਉਹ ਬੰਦਾ ਅੱਜ BJP 'ਚ ਸ਼ਾਮਲ ਹੋ ਗਿਆ, ਉਹ ਹੁਣ ਦੁੱਧ ਧੋਤਾ ਹੋ ਗਿਆ। ਇਸ ਕਰਕੇ ਇਹ BJP RSS ਵਾਲੇ ਜਿਹੜੇ ਦੇਸ਼ ਦੇ ਅੰਦਰ ਫਿਰਕਾ ਪ੍ਰਸਤੀ ਦਾ ਜਿਹੜਾ ਸਲੋਗਨ ਲੈ ਕੇ ਚੱਲੇ ਆ, ਲੋਕਾਂ ਨੂੰ ਪਾੜਨ ਦਾ ਸਲੋਗਨ ਲੈ ਕੇ ਚੱਲੇ ਆ, ਲੋਕਾਂ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਕਰਨ ਦਾ ਸਲੋਗਨ ਲੈ ਕੇ ਚੱਲੇ ਆ। ਲੋਕ ਬਹੁਤ ਅਵੇਅਰ ਇਹਨਾਂ ਚੀਜ਼ਾਂ ਤੋਂ। ਨਾ ਹਿੰਦੂਆਂ ਦੇ ਵਿੱਚ ਕੋਈ ਅਰਾਜਕਤਾ ਆ, ਨਾ ਮੁਸਲਮਾਨਾਂ 'ਚ, ਨਾ ਸਿੱਖਾਂ 'ਚ, ਨਾ ਈਸਾਈਆਂ 'ਚ। ਸਾਰੇ ਲੋਕ ਆਪਸ ਵਿੱਚ ਗੱਲ ਬੱਕੜੀ ਪਾ ਕੇ ਬੈਠੇ ਔਰ ਕਿਸੇ ਤੋਂ ਡਰਦੇ ਵੀ ਨਹੀਂ ਔਰ ਸਰਕਾਰਾਂ ਦਾ ਵਿਰੋਧ ਵੀ ਕਰਦੇ ਜੀ। ਸੋ ਆਖਰ ਦੇ ਵਿੱਚ ਜੋ ਇਸ ਚੈਨਲ ਨੂੰ ਦਰਸ਼ਕ ਦੇਖਦੇ ਨੇ, ਗੁਰੈਂਸ ਸਾਹਿਬ ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਤਾਂ ਇਹੀ ਕਹਿਣਾ ਕਿ ਜਿਹੜਾ ਚੈਨਲ ਦੁਨੀਆ ਦੇ ਵਿੱਚ ਸਾਰੇ ਚੱਲਦੇ ਆ, ਉਹਨਾਂ ਚੈਨਲਾਂ ਦੇ ਵਿੱਚ ਇੱਕ ਬਹੁਤ ਹੀ ਵਧੀਆ ਭੂਮਿਕਾ ਨਿਭਾ ਰਿਹਾ ਫੈਨ ਅੰਬੇਦਕਰ ਚੈਨਲ। ਸੋ ਇਹ ਜਿਹੜਾ ਚੈਨਲ ਸਾਰੇ ਲੋਕਾਂ ਨੂੰ ਚਾਹੀਦਾ ਕਿ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਮੁਲਾਜ਼ਮਾਂ ਨੂੰ, ਵਪਾਰੀਆਂ ਨੂੰ, ਸਨਅਤਕਾਰਾਂ ਨੂੰ, ਹਰ ਵਰਗ ਦੇ ਲੋਕਾਂ ਨੂੰ ਮੇਰੀ ਅਪੀਲ ਆ ਕਿ ਉਹ ਇਸ ਚੈਨਲ ਨੂੰ ਜ਼ਰੂਰ ਦੇਖਣ ਔਰ ਸਬਸਕ੍ਰਾਈਬ ਵੀ ਕਰਨ, ਤਾਂ ਜੋ ਕਿ ਜਿਹੜੀਆਂ ਨਵੀਆਂ ਖਬਰਾਂ ਔਰ ਨਵੀਂ ਸੋਚ, ਨਵੀਂ ਜਿਹੜੀ ਜਾਗਰਤੀ ਵਾਲੀਆਂ ਗੱਲਾਂ ਆ ਉਹ ਲੋਕਾਂ ਤੱਕ ਪਹੁੰਚ ਸਕਣ ਔਰ ਲੋਕ ਅਵੇਅਰ ਹੋ ਸਕਣ ਔਰ ਲੋਕ ਆਪਣੇ ਹੱਕਾਂ ਅਧਿਕਾਰਾਂ ਦੀ ਲੜਾਈ ਨੂੰ ਲੈ ਕੇ, ਕਿਉਂਕਿ ਇਹ ਜਿਹੜਾ ਚੈਨਲ ਆ ਇਹਦੇ ਉੱਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਸਟਿੱਕਰ ਲੱਗਾ ਆ। ਉਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਉਹ ਨੇ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਔਰ ਸਾਨੂੰ ਫੰਡਾਮੈਂਟਲ ਰਾਈਟ ਜਿਹੜੇ ਉਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਲੈ ਕੇ ਦਿੱਤੇ ਆ ਔਰ ਅਸੀਂ ਆਪਣੀ ਹੱਕ ਸੱਚ ਦੀ ਆਵਾਜ਼ ਨੂੰ ਆਪਣੇ ਹੀ ਚੈਨਲਾਂ ਦੇ ਮਾਧਿਅਮ ਤੋਂ ਅਸੀਂ ਦੁਨੀਆ ਤੱਕ ਪਹੁੰਚਾ ਸਕਦੇ ਹਾਂ। ਸੋ ਮੈਂ ਇਹੀ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਫੈਨ ਡਾਕਟਰ ਅੰਬੇਦਕਰ ਚੈਨਲ ਦੇ ਫੈਨ ਬਣੋ ਔਰ ਇਸ ਚੈਨਲ ਨੂੰ ਹੋਰ ਵੀ ਅੱਗੇ ਤੋਂ ਅੱਗੇ ਜਿਹੜਾ ਆ ਉਹ ਪ੍ਰੋਵਾਈਡ ਕਰੋ। ਤੁਹਾਡਾ ਸਭ ਦਾ ਧੰਨਵਾਦ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ। ਜੈ ਭੀਮ, ਜੈ ਭਾਰਤ। ਸੋ ਇਹ ਸਨ ਸਾਡੇ ਨਾਲ MP ਸਿੰਘ ਗੁਰੈਂ ਜੀ, ਬਹੁਜਨ ਸਮਾਜ ਪਾਰਟੀ ਦੇ ਸਾਬਕਾ ਮੀਤ ਪ੍ਰਧਾਨ। ਜਿੱਦਾਂ ਕਿ ਤੁਹਾਡੇ ਨਾਲ ਅਸੀਂ ਹਰ ਰੋਜ਼ ਕੋਈ ਨਾ ਕੋਈ ਨਵੇਂ ਮੁੱਦੇ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਅੱਜ ਗੱਲ ਕੀਤੀ ਸੀ ਕਿਸਾਨ ਮੁੱਦਿਆਂ ਦੀ। ਸੋ ਤੁਸੀਂ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਸਾਡੇ ਵੱਲੋਂ ਜੋ ਪੇਸ਼ ਕੀਤੀ ਵੀਡੀਓ ਕਿਸ ਤਰੀਕੇ ਦੀ ਲੱਗਦੀ ਆ। ਸੋ ਇਸੇ ਤਰ੍ਹਾਂ ਨਵੀਂ ਖਬਰ ਦੇ ਵਿੱਚ ਮੁਲਾਕਾਤ ਹੋਊਗੀ। ਸੋ ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।